ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਇੱਕ ਫਿਰ ਤੁਹਾਡੇ ਸਾਰੇ ਦੋਸਤਾਂ ਦਾ। ਉਮੀਦ ਇਹੀ ਹੈ ਕਿ ਤੁਸੀਂ ਠੀਕ ਹੋਵੋਗੇ ਤੇ ਸਵਸਥ ਹੋਵੋਗੇ। ਫਰੈਂਡਸ, ਅੱਜ ਜੋ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਨਾ, ਇਹ ਡਿਸਕਸ ਕਰ ਰਹੇ ਹਾਂ ਅਸੀਂ ਉਸ ਟੌਪਿਕ ਤੇ 에ਅਰ ਟਰੈਵਲ ਤੇ, ਸਟੂਡੈਂਟਸ ਦੀ ਟਰੈਵਲ ਨੂੰ ਲੈ ਕੇ, ਸਟੂਡੈਂਟਸ ਦੀ ਫਲਾਈਟਸ ਨੂੰ ਲੈ ਕੇ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਟਾਈਮ ਰਾਈਟ ਨਾਓ ਜੋ ਸਿਨੈਰੀਓ ਹੈ ਕਿ ਇੰਡੀਆ ਤੋਂ ਡਾਇਰੈਕਟ ਜੋ ਕੈਨੇਡਾ ਨੂੰ ਫਲਾਈਟ ਹੈ ਉਹ ਸਸਪੈਂਡਡ ਨੇ। ਸਟੂਡੈਂਟ ਕੈਨ ਨਾਟ ਟਰੈਵਲ ਡਾਇਰੈਕਟਲੀ ਫਰੋਮ ਇੰਡੀਆ ਟੂ ਕੈਨੇਡਾ। ਹੁਣ ਕੀ ਹੈ ਕਿ ਕੁਝ ਸਟੂਡੈਂਟ ਆਲਟਰਨੇਟ ਜੋ ਰੂਟਸ ਨੇ ਉਹਦੇ ਅਕੋਰਡਿੰਗ ਉਹਦੇ ਥਰੂ ਟਰੈਵਲ ਕਰ ਰਹੇ ਨੇ। ਜਿਵੇਂ ਆਪਾਂ ਗੱਲ ਕਰਦੇ ਹਾਂ ਮੈਕਸੀਕੋ ਵਾਇਆ ਹੋ ਕੇ ਜਾ ਰਹੇ, ਕੁਝ ਸਟੂਡੈਂਟ ਹੈਗੇ ਜਿਹੜੇ ਯੂਕਰੇਨ ਹੋ ਕੇ ਜਾ ਰਹੇ, ਕੁਝ ਸਟੂਡੈਂਟ ਹੈ ਜੋ ਮਾਲਦੀਵ ਹੋ ਕੇ ਜਾ ਰਹੇ। ਕਿੰਨਾ ਕੁ ਸਹੀ ਹੈ ਇਹ? ਕੀ ਇਹ ਕਰਨਾ ਜ਼ਰੂਰੀ ਹੈ ਜਾਂ ਕੀ ਮੁਸ਼ਕਲਾਂ ਸਟੂਡੈਂਟਸ ਫੇਸ ਕਰ ਰਹੇ ਨੇ ਜਾਂ ਕਰਨਗੇ ਜਿਹੜੇ ਟਰੈਵਲ ਕਰਨਗੇ, ਉਸ 'ਤੇ ਆਪਾਂ ਅੱਜ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਤਾਂ ਸਟੂਡੈਂਟਸ, ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਹਾਡਾ ਵੀਜ਼ਾ ਆ ਗਿਆ। ਇਹ ਸਭ ਤੋਂ ਪਹਿਲਾਂ ਤਾਂ, ਇਸ ਤੋਂ ਵੀ ਪਹਿਲਾਂ ਮੈਂ ਇੱਕ ਚੀਜ਼ ਆਪਦੀ ਰੱਖਣਾ ਚਾਹੁੰਦਾ ਕਿ ਇਹ ਮੇਰੇ ਨਿੱਜੀ ਵਿਚਾਰ ਨੇ। ਇਹ ਕੋਈ ਹਾਈ ਕਮਿਸ਼ਨ ਦੀ ਕਿਸੇ ਪ੍ਰਕਾਰ ਦੀ ਕੋਈ ਗਾਈਡਲਾਈਨ ਨਹੀਂ ਹੈ, ਜਸਟ ਮੇਰੇ ਨਿੱਜੀ ਵਿਚਾਰ ਨੇ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਜਾਣਾ ਜ਼ਰੂਰੀ ਹੈ। ਤੁਹਾਡਾ ਵੀਜ਼ਾ ਆ ਗਿਆ, ਸਟੂਡੈਂਟਸ ਦਾ ਵੀਜ਼ਾ ਆ ਗਿਆ। ਇਨਟੇਕ ਤੁਹਾਡਾ ਸੈਪਟੰਬਰ ਹੈ। ਜਦੋਂ ਤੱਕ ਫਲਾਈਟਸ ਨਹੀਂ ਸਟਾਰਟ ਹੁੰਦੀਗੀ ਉਦੋਂ ਤੱਕ ਤੁਸੀਂ ਇੰਡੀਆ 'ਚ ਔਨਲਾਈਨ ਵੀ ਪੜ੍ਹ ਸਕਦੇ ਹੋ। ਹਰ ਇੱਕ ਕਾਲਜ ਤੁਹਾਨੂੰ ਇਹ ਫੈਸਿਲਿਟੀ ਪ੍ਰੋਵਾਈਡ ਕਰ ਰਿਹਾ। ਈਵਨ IRCC ਨੇ ਵੀ ਕਲੀਅਰ ਕੀਤਾ ਹੈ ਕਿ ਸਾਡੇ ਕੋਲ ਬੈਕਲੌਗ ਇੰਨਾ ਜ਼ਿਆਦਾ ਆ, ਅਸੀਂ ਐਕਸਪੈਕਟਡ ਟਾਈਮ ਦੇ ਅੰਦਰ ਅਪਕਮਿੰਗ ਜੋ ਇਨਟੇਕ ਆ ਉਹਦੇ ਤੁਹਾਨੂੰ ਵੀਜ਼ਾ ਨਹੀਂ ਦੇ ਸਕਦੇ। ਜਿਵੇਂ ਕਿ ਸੈਪਟੰਬਰ ਹੈ ਜਾਂ ਕੁਝ ਕਾਲਜਿਸ ਦੀ ਹੋ ਸਕਦਾ ਅਕਤੂਬਰ ਵੀ ਇਨਟੇਕ ਹੋਣਗੇ। ਤਾਂ ਤੁਸੀਂ ਜਿੰਨਾ ਚਿਰ ਤੁਹਾਡਾ ਵੀਜ਼ਾ ਨਹੀਂ ਆਉਂਦਾ ਨਾ, ਤੁਸੀਂ ਔਨਲਾਈਨ ਪੜ੍ਹ ਸਕਦੇ ਹੋ। ਅਗਰ ਤੁਹਾਡਾ ਵੀਜ਼ਾ ਹੈ ਤਾਂ ਵੀ ਤੁਸੀਂ ਔਨਲਾਈਨ ਪੜ੍ਹ ਸਕਦੇ ਹੋ। ਔਨਲਾਈਨ ਪੜ੍ਹ ਰਹੇ ਹੋ ਤਾਂ ਆਈ ਥਿੰਕ ਤੁਹਾਨੂੰ ਕੋਈ ਪ੍ਰੋਬਲਮ ਵੀ ਨਹੀਂ ਉਹਦੇ 'ਚ। ਤੁਹਾਡੀ ਕਿਤੇ ਨਾ ਕਿਤੇ ਕੁਝ ਸੇਵਿੰਗਸ ਵੀ ਹੋ ਰਹੀ ਹੈ। ਸੇਵਿੰਗ ਇਨ ਦਾ ਸੈਂਸ ਕਿ ਤੁਹਾਡਾ GIC ਹੈ ਜੋ ਸੇਵ ਪਿਆ। ਔਨਲਾਈਨ ਅਗਰ ਇੱਥੇ ਪੜ੍ਹ ਰਹੇ ਹੋ, ਤੁਹਾਨੂੰ ਇੱਕ ਹੋਮ ਐਨਵਾਇਰਨਮੈਂਟ, ਤੁਸੀਂ ਸਟੱਡੀ 'ਤੇ ਕੌਨਸਨਟਰੇਟ ਕਰੋਗੇ। ਅਗਰ ਤੁਸੀਂ ਉਹੀ ਚੀਜ਼ ਕੈਨੇਡਾ 'ਚ ਵੀ ਤਾਂ ਔਨਲਾਈਨ ਹੀ ਪੜ੍ਹਨੀ ਹੈ ਜਾ ਕੇ। ਇੰਡੀਆ ਤੋਂ ਤੁਸੀਂ ਕੈਨੇਡਾ ਅਗਰ ਤਲ ਰੂਟ ਪਹੁੰਚ ਵੀ ਰਹੇ ਹੋ, ਮੈਕਸਿਮਮ ਤੁਹਾਡੀ ਟਿਕਟਸ 'ਤੇ ਪੈਸਾ ਤੁਸੀਂ ਖਰਚ ਕਰਕੇ ਉੱਥੇ ਵੀ ਤਾਂ ਤੁਸੀਂ ਔਨਲਾਈਨ ਹੀ ਪੜ੍ਹਨਾ ਹੈ। ਕਿਉਂ ਨਾ ਉਹੀ ਤੁਸੀਂ ਇੱਥੇ ਸਟੱਡੀ ਕਰ ਲਓ। ਇਹ ਤਾਂ ਹੈ ਨਹੀਂ ਕਿ ਫਲਾਈਟਸ ਜੋ ਪੂਰੇ 1 ਸਾਲ 2 ਸਾਲ ਹੀ ਸਸਪੈਂਡ ਰਹਿਣੀ ਹੈ। ਸੋਚਿਆ ਜੋ ਐਕਸਪੈਕਟੇਸ਼ਨਸ ਹੈ ਉਹ ਨੈਕਸਟ ਸੈਪਟੰਬਰ ਤੋਂ ਜੋ ਲੱਗ ਰਿਹਾ 7 ਸੈਪਟੰਬਰ ਤੋਂ ਕੁਝ ਉਮੀਦ ਹੈ ਕਿ ਕੁਝ ਪੋਜ਼ੀਟਿਵ ਹੋ ਜੇ। ਕੁਝ ਫਲਾਈਟਸ ਹੈ ਜੋ ਜੋ ਸਟਾਰਟ ਕਰਦੇ ਨੇ ਉਹ ਅਪਡੇਟ ਕਰਨਾ ਉਸ ਚੀਜ਼ ਨੂੰ ਕਿ ਕਦੋਂ ਫਲਾਈਟਸ ਹੈ ਜੋ ਰਿਜ਼ਿਊਮ ਹੋਣਗੀਆਂ। ਅਗਰ ਫਿਰ ਵੀ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ? ਪਹਿਲੀ ਮੇਰੀ ਜੋ ਨਿੱਜੀ ਸਲਾਹ, ਜੋ ਮੇਰੇ ਨਿੱਜੀ ਵਿਚਾਰ, ਜੋ ਮੇਰਾ ਪਰਸਨਲ ਸੁਜੈਸ਼ਨ ਤਾਂ ਇਹ ਹੈ ਕਿ ਤੁਸੀਂ ਥਰਡ ਰੂਟ ਤੋਂ ਟਰੈਵਲ ਨਾ ਕਰੋ। ਮੈਂ ਦੇਖਿਆ ਬਹੁਤ ਸਾਰੇ ਸਟੂਡੈਂਟਸ ਨੂੰ ਮੈਕਸਿਮਮ ਪ੍ਰੋਬਲਮ ਫੇਸ ਕਰਨੀਆਂ ਪਈਆਂ। ਕੁਝ ਤਾਂ ਡੀਪੋਰਟ ਵੀ ਹੋ ਕੇ ਆਏ ਨੇ ਮੈਕਸੀਕੋ ਤੋਂ ਜਾਂ ਜਿਹੜੇ ਵੀ ਆਲਟਰਨੇਟ ਰੂਟ 'ਤੇ ਗਏ। ਤਾਂ ਇਹ ਰਿਸਕ ਤੁਸੀਂ ਕਿਉਂ ਲੈਣਾ? ਕਿਉਂਕਿ ਬਹੁਤ ਪੈਸਾ ਖਰਚਾ ਜਾ ਰਿਹਾ। ਈਵਨ ਮੈਂ ਜੋ ਸੁਣਿਆ ਸਟੂਡੈਂਟ ਤੋਂ ਕਿ 3 ਲੱਖ 2.5 ਲੱਖ ਦੀ 2 ਤੋਂ ਉੱਪਰ ਦੀ ਜੋ ਲੱਖ ਦੀ ਟਿਕਟ ਆ ਰਹੀ ਹੈ, ਯਾਨੀ ਕਿ ਹਾਫ ਸਮੈਸਟਰ ਦੀ ਤੁਹਾਡੀ ਫੀਸ ਦੇ ਬਰਾਬਰ ਤੁਸੀਂ ਆਪਦਾ ਪੈਸਾ ਜੋ ਟਿਕਟ 'ਤੇ ਲਾ ਰਹੇ ਹੋ। ਇਹ ਜ਼ਰੂਰੀ ਨਹੀਂ ਹੈ ਤੁਸੀਂ ਔਨਲਾਈਨ ਪੜ੍ਹੋ, ਕਾਲਜ ਨੂੰ ਟਾਈਮ ਦਿੰਦਾ ਹੈ। ਔਨਲਾਈਨ ਪੜ੍ਹ ਕੇ ਤੁਸੀਂ ਆਪਦੇ ਜੋ ਅਸਾਈਨਮੈਂਟਸ ਆ ਉਹ ਸਬਮਿਟ ਕਰੋ। ਜਦੋਂ ਤੁਹਾਡਾ ਟਰੈਵਲ ਓਪਨ ਹੋ ਗਿਆ, ਜਦੋਂ ਫਲਾਈਟਸ ਜੋ ਸਟਾਰਟ ਹੋ ਗਈਆਂ ਇੰਡੀਆ ਤੋਂ ਕੈਨੇਡਾ, ਤੁਸੀਂ ਟਰੈਵਲ ਕਰ ਸਕਦੇ ਹੋ। ਤੁਹਾਡੇ ਕੋਲ ਐਨਰੋਲਮੈਂਟ ਲੈਟਰ ਹੈਗਾ, ਕੋਈ ਪ੍ਰੋਬਲਮ ਤਾਂ ਕਿਤੇ ਆਉਣੀ ਨਹੀਂ। ਬਟ ਫਿਰ ਵੀ ਅਗਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਤੁਹਾਨੂੰ ਜਾਣਾ ਚਾਹੀਦਾ ਹੈ, ਤੁਹਾਨੂੰ ਆਪ ਨੂੰ ਲੱਗਦਾ ਹੈ, ਤਾਂ ਬਹੁਤ ਸਾਰੇ ਜਿਹੜੀਆਂ ਇੰਪੋਰਟੈਂਟ ਫੈਕਟ ਨੇ ਉਹ ਜ਼ਰੂਰ ਤੁਸੀਂ ਨੋਟ ਕਰੋ। ਉਹ ਪਲੈਨਿੰਗਸ ਕਰਕੇ, ਅਕਸਰ ਮੈਂ ਆਪਦੀ ਵੀਡੀਓ 'ਚ ਗੱਲ ਕਰਦਾ ਨਾ ਪ੍ਰੀਪਰੇਸ਼ਨ ਅਤੇ ਪਲੈਨਿੰਗ ਅਤੇ ਪੋਜ਼ੀਟਿਵਿਟੀ। ਇਹ ਹਰ ਜਗ੍ਹਾ ਕਿਉਂ ਇੰਪੋਰਟੈਂਟ ਹੈ? ਕਿਉਂਕਿ ਇਹਨਾਂ ਤੋਂ ਬਿਨਾਂ ਅਸੀਂ ਇੱਕ ਸਟੈਪ ਵੀ ਅੱਗੇ ਨਹੀਂ ਜਾ ਸਕਦੇ। ਅਗਰ ਤੁਸੀਂ ਕਿਸੇ ਵੀ ਕੰਟਰੀ ਦੇ ਥਰੂ ਜਾ ਰਹੇ ਹੋ, ਚਾਹੇ ਮੈਕਸੀਕੋ ਦੇ ਥਰੂ ਜਾ ਰਹੇ ਹੋ, ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਦੀ ਟਿਕਟਸ ਦੇ ਨਾਲ ਨਾਲ ਆਪਦੇ ਵੀਜ਼ੇ ਦਾ ਪਲਾਨ ਕਰੋ। ਵੀਜ਼ਾ ਦੇਖੋ ਕਿ ਉਸ ਕੰਟਰੀ ਦੀ ਸਪੈਸੀਫਿਕ ਵੀਜ਼ਾ ਦੀ ਕੀ ਰਿਕੁਆਇਰਮੈਂਟ ਹੈ। ਕਿ ਅਸੀਂ ਟਿਕਟ ਬੁੱਕ ਕਰ ਲਈ, ਉਸ ਟਾਈਮ ਸਾਨੂੰ ਵੀਜ਼ਾ ਮਿਲ ਜੂਗਾ। ਸਭ ਤੋਂ ਇੰਪੋਰਟੈਂਟ ਚੀਜ਼ ਮੈਂ ਦੇਖਿਆ, ਕਾਫੀ ਸਟੂਡੈਂਟਸ ਦੇ ਜੋ ਵੀਜ਼ਾ ਹੈ ਉਹ ਹੀ ਡਿਕਲਾਈਨ ਹੋ ਗਏ। ਪਰਟੀਕੂਲਰ ਉਸ ਕੰਟਰੀ ਦੇ ਉਹਨਾਂ ਨੂੰ ਵੀਜ਼ਾ ਹੀ ਨਹੀਂ ਮਿਲੇਗਾ, ਤਾਂ ਉਹਨਾਂ ਦੀ ਜੋ ਟਿਕਟ ਸੀ ਦੈਟ ਵਾਸ ਕੰਪਲੀਟਲੀ ਨॉन ਰਿਫੰਡੇਬਲ। ਤਾਂ ਉਹਨਾਂ ਨੂੰ ਬੜਾ ਫਾਈਨੈਂਸ ਦਾ ਲਾਸ ਹੋਇਆ, ਪੈਸੇ ਦਾ ਲਾਸ ਹੋਇਆ, ਕਿਉਂਕਿ ਟਿਕਟਾਂ ਮੋਸਟਲੀ ਨॉन ਰਿਫੰਡੇਬਲ ਆ ਰਹੀਆਂ ਇਸ ਟਾਈਮ। ਸਭ ਤੋਂ ਮੇਨ ਚੀਜ਼ ਜਿਹੜੀ ਧਿਆਨ ਰੱਖਣੀ ਹੈ ਕਿ ਤੁਹਾਨੂੰ ਉਸ ਪਰਟੀਕੂਲਰ ਕੰਟਰੀ ਦੀ ਜੋ ਵੀਜ਼ਾ ਕੰਡੀਸ਼ਨਸ ਆ ਤੁਸੀਂ ਫੁੱਲਫਿਲ ਕਰ ਰਹੇ ਹੋ ਤਾਂ ਕਿ ਤੁਹਾਨੂੰ ਵੀਜ਼ਾ ਲੈਣ 'ਚ ਕੋਈ ਦਿੱਕਤ ਨਾ ਆਵੇ। ਸੈਕਿੰਡ ਚੀਜ਼ ਹੈ ਕਿ ਤੁਸੀਂ ਅਗਰ ਔਨਲਾਈਨ ਕਲਾਸ ਲਾਈਏ ਤਾਂ ਤੁਹਾਡੇ ਕੋਲ ਐਨਰੋਲਮੈਂਟ ਲੈਟਰ ਹੋਣਾ ਬਹੁਤ ਜ਼ਰੂਰੀ ਹੈ। ਲਾਸਟ ਅਗਰ ਤੁਸੀਂ ਜੋ ਪ੍ਰੀਵੀਅਸ ਇਨਟੇਕ ਸੀ ਮੇ ਤੋਂ ਅਗਰ ਕਲਾਸ ਲੈ ਰਹੇ ਹੋ, ਐਨਰੋਲਮੈਂਟ ਲੈਟਰ ਹੋਣਾ ਬੜਾ ਜ਼ਰੂਰੀ ਹੈ। ਐਜ਼ ਵੈਲ ਐਜ਼ ਟਰੈਵਲ ਸਪੋਰਟ ਲੈਟਰ। ਮੋਸਟਲੀ ਕਈ ਵਾਰ ਇਮੀਗ੍ਰੇਸ਼ਨ ਨਹੀਂ ਪੁੱਛਦਾ, ਲੇਕਿਨ ਮੈਂ ਜੋ ਦੇਖਿਆ ਸਟੂਡੈਂਟਸ ਤੋਂ ਕਾਫੀ ਟਰੈਵਲ ਸਪੋਰਟ ਲੈਟਰ ਹੈ ਜੋ ਉਹ ਰਿਕੁਆਇਰ ਹੈ। ਕਿਉਂਕਿ ਜਦੋਂ ਕੋਵਿਡ ਆਇਆ ਸੀ, ਕੋਵਿਡ ਰੈਡੀਨੈਸ ਪਲਾਨ ਬਣਿਆ ਸੀਗਾ, ਇਮੀਗ੍ਰੇਸ਼ਨ ਕੈਨੇਡਾ IRCC ਨੇ ਪਰਟੀਕੂਲਰ ਕਾਲਜ ਦੀ ਲਿਸਟ ਬਣਾਈ ਸੀ ਕਿ ਉਸ ਲਿਸਟ ਦੇ ਅਕੋਰਡਿੰਗ ਹੀ ਤੁਸੀਂ ਟਰੈਵਲ ਕਰ ਸਕਦੇ ਹੋ। ਉਸ ਕਾਲਜ ਅਗਰ ਉਹਨਾਂ ਦੀ ਉਹ ਲਿਸਟ 'ਚ ਹੈਗਾ, ਉਹ ਟਰੈਵਲ ਸਪੋਰਟ ਲੈਟਰ ਤੁਹਾਨੂੰ ਕਾਲਜ ਦੇਊਗਾ।
ਇਸ ਤੋਂ ਇਲਾਵਾ ਤੁਹਾਡਾ RT-PCR ਜੋ ਨੈਗੇਟਿਵ ਰਿਪੋਰਟ ਹੈ ਉਹ ਤੁਹਾਡੇ ਵਾਸਤੇ ਕੰਪਲਸਰੀ ਹੈ। ਉਸ ਤੋਂ ਵੀ ਇੰਪੋਰਟੈਂਟ ਹੈ ਤੁਹਾਨੂੰ ਤੁਹਾਡੇ ਕਾਲਜ ਕੋਰਸ ਦੇ ਬਾਰੇ ਕੰਪਲੀਟ ਨੌਲੇਜ, ਕਿਉਂਕਿ ਤੁਸੀਂ ਜਿਹੜੇ ਵੀ ਕੰਟਰੀ ਤੇ ਇਮੀਗ੍ਰੇਸ਼ਨ ਨੂੰ ਫੇਸ ਕਰੋਗੇ ਜਾਂ ਉੱਥੋਂ ਦੇ ਕਸਟਮ ਨੂੰ ਫੇਸ ਕਰੋਗੇ, ਤੁਹਾਨੂੰ ਤੁਹਾਡੇ ਕੋਰਸ ਤੇ ਤੁਹਾਡੇ ਲੱਗੇਜ ਬਾਰੇ ਕੰਪਲੀਟ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਕਿਹੜਾ ਕੋਰਸ ਤੁਸੀਂ ਲੈ ਕੇ ਜਾ ਰਹੇ ਹੋ, ਕਾਲਜ ਤੁਹਾਡਾ ਕਿਹੜਾ ਆ, ਕੀ ਤੁਹਾਡਾ ਕੋਰਸ ਦੀ ਡਿਊਰੇਸ਼ਨ ਕਿੰਨੀ ਹੈ ਔਰ ਕਿਵੇਂ ਤੁਹਾਡੇ ਵਾਸਤੇ ਬੈਨੀਫੀਸ਼ੀਅਲ ਹੈ। ਜਿਹੜਾ ਤੁਸੀਂ SOP 'ਚ ਲਿਖਿਆ ਤੁਹਾਨੂੰ ਉਹਨਾਂ ਨੂੰ ਤੁਸੀਂ ਐਕਸਪਲੇਨ ਵੀ ਕਰਨਾ ਹੈ। ਇਹ ਸਾਰੀਆਂ ਚੀਜ਼ਾਂ ਤੁਸੀਂ ਬੜੇ ਧਿਆਨ ਨਾਲ ਔਰ ਇੰਪੋਰਟੈਂਟ ਲੈ ਕੇ ਜਾਣੀ ਹੈ, ਕਿਉਂਕਿ ਕੋਈ ਵੀ ਚੀਜ਼ ਮਿਸ ਨਹੀਂ ਹੋਣੀ ਚਾਹੀਦੀ। ਨਾ ਤੁਹਾਡਾ ਅਗਰ ਤੁਹਾਡਾ ਆਨਲਾਈਨ ਕਲਾਸਿਸ ਨਹੀਂ ਹੈ ਤਾਂ ਤੁਹਾਡੇ ਅਗਰ ਤੁਸੀਂ ਜਾ ਕੇ ਹੁਣ ਐਨਰੋਲ ਕਰ ਰਹੇ ਹੋ ਤਾਂ ਕਈ ਵਾਰ ਕੀ ਆ ਐਨਰੋਲਮੈਂਟ ਲੈਟਰ ਇਮੀਗ੍ਰੇਸ਼ਨ ਮੰਗ ਰਿਹਾ ਔਰ ਤੁਸੀਂ ਬੱਚਾ ਉੱਥੇ ਘਬਰਾ ਜਾਂਦਾ ਕਿ ਮੇਰੇ ਕੋਲ ਤਾਂ ਐਨਰੋਲਮੈਂਟ ਲੈਟਰ ਹੈ ਹੀ ਨਹੀਂ। ਤੁਸੀਂ ਜਸਟ ਉਹਨਾਂ ਨੂੰ ਇਹ ਕਨਵਿੰਸ ਕਰ ਸਕਦੇ ਹੋ ਕਿ ਮੇਰੀ ਹਜੇ ਕਲਾਸਿਸ ਆ ਉਹ ਇੰਨੇ ਤਰੀਕ ਤੋਂ ਸਟਾਰਟਡ ਨੇ। ਜਦੋਂ ਤੱਕ ਮੈਂ ਕਾਲਜ ਨਹੀਂ ਜਾਊਂਗਾ, ਜੁਆਇਨ ਨਹੀਂ ਕਰੂੰਗਾ ਕਲਾਸਿਸ ਨੂੰ, ਉਹਨਾਂ ਚਿਰ ਮੈਨੂੰ ਓਰੀਐਂਟੇਸ਼ਨ, ਜਿੰਨਾ ਚਿਰ ਓਰੀਐਂਟੇਸ਼ਨ ਮੈਂ ਉੱਥੇ ਜਾ ਕੇ ਅਟੈਂਡ ਨਹੀਂ ਕਰਦਾ, ਮੇਰਾ ਐਨਰੋਲਮੈਂਟ ਹੀ ਨਹੀਂ ਹੋਏਗਾ। ਮੈਂ ਆਨਲਾਈਨ ਕਲਾਸਿਸ ਨਹੀਂ ਲੈ ਰਿਹਾ, ਆਈ ਐਮ ਜਸਟ ਗੋਇੰਗ ਟੂ ਅਟੈਂਡ ਦ ਆਨਲਾਈਨ ਕਲਾਸਿਸ ਵਿਦ ਇਨ ਕੈਨੇਡਾ। ਇਹ ਚੀਜ਼ਾਂ ਤੁਸੀਂ ਉਹਨਾਂ ਨੂੰ ਐਕਸਪਲੇਨ ਕਰਨੀਆਂ। ਉਸ ਤੋਂ ਇਲਾਵਾ ਤੁਹਾਡੀ RT-PCR ਰਿਪੋਰਟਸ, ਤੁਹਾਡਾ ਟਰੈਵਲ ਸਪੋਰਟ ਲੈਟਰ, ਉਸ ਤੋਂ ਇਲਾਵਾ ਤੁਹਾਡੇ ਕੋਲ ਸਫੀਸ਼ੀਐਂਟ ਫੰਡਸ ਹੋਣਾ ਚਾਹੀਦਾ ਹੈ। ਤੁਸੀਂ ਆਖਰ 2 ਜਾਂ 3 ਕੰਟਰੀ ਟਰੈਵਲ ਕਰਕੇ ਜਾਣੇ ਆ ਤਾਂ ਤੁਹਾਡੇ ਕੋਲ ਇੱਕ ਪਾਕਟ ਵੀ ਹੋਣਾ ਚਾਹੀਦਾ ਨਾ, ਪਾਕਟ ਮਨੀ ਵੀ ਹੋਣੀ ਚਾਹੀਦੀ ਹੈ ਕਿ ਤੁਹਾਡੇ ਕੋਲ ਪੈਸਾ ਹੈਗਾ, ਤੁਸੀਂ ਉਹ ਐਕਸਪੈਂਸ ਕਵਰ ਕਰ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਤੁਸੀਂ ਧਿਆਨ ਰੱਖਣੀਆਂ। ਉਸ ਤੋਂ ਬਾਅਦ ਹੀ ਤੁਸੀਂ ਪਲਾਨ ਕਰਕੇ ਹੀ ਟਰੈਵਲ ਕਰਨਾ ਹੈ, ਕਿਉਂਕਿ ਪੈਸਾ ਜਿਹੜਾ ਤੁਸੀਂ ਇਨਵੈਸਟ ਕਰ ਰਹੇ ਹੋ ਬਹੁਤ ਹੈਵੀ ਅਮਾਊਂਟ ਹੈ ਟਿਕਟਸ ਦਾ। ਤਾਂ ਕੋਈ ਵੀ ਇਸ ਚੀਜ਼ ਨੂੰ ਤੁਸੀਂ ਲਾਈਟਲੀ ਨਾ ਲੈ ਕੇ, ਸੀਰੀਅਸ ਲੈ ਕੇ ਪਲਾਨ ਕਰਕੇ ਤੁਸੀਂ ਆਪਦਾ ਟਰੈਵਲ ਹੈ ਜੋ ਉਹਨੂੰ ਪਲਾਨ ਕਰੋ ਜਾਂ ਉਸ ਚੀਜ਼ ਨੂੰ ਤੁਸੀਂ ਇੰਪਲੀਮੈਂਟ ਕਰੋ। ਹੋਪ ਹੈ ਕਿ ਤੁਹਾਨੂੰ ਇਨਫੋਰਮੇਸ਼ਨ ਹੈ ਜੋ ਪਸੰਦ ਆਏਗੀ। ਲੇਕਿਨ ਫਸਟ ਮੇਰੀ ਜੋ ਹਜੇ ਵੀ ਸੁਜੈਸਟ ਹੈ ਕਿ ਅਗਰ ਤੁਸੀਂ ਇੱਥੇ ਰਹਿ ਕੇ ਪੜ੍ਹ ਸਕਦੇ ਹੋ ਇੰਡੀਆ, ਜਿੰਨਾ ਚਿਰ ਫਲਾਈਟਸ ਹੈ ਜੋ ਰਿਜ਼ਿਊਮਸ ਨਹੀਂ, ਸਰਵਿਸ ਜੋ ਉਹਨਾਂ ਦੀ ਸਟਾਰਟ ਨਹੀਂ ਹੁੰਦੀ, ਤਾਂ ਤੁਹਾਡੇ ਵਾਸਤੇ ਬੈਨੀਫੀਸ਼ੀਅਲ। ਸਟਿਲ ਅਗਰ ਤੁਸੀਂ ਰਿਸਕ ਲੈ ਰਹੇ ਹੋ ਤਾਂ ਇਹ ਜਿਹੜੇ ਫੈਕਟ ਹੈ ਧਿਆਨ ਰੱਖੋ, ਨੋਟ ਕਰਕੇ ਇਹਨਾਂ ਦੇ ਉੱਤੇ ਪ੍ਰੋਪਰਲੀ ਐਗਜ਼ਾਮਿਨ ਕਰਕੇ ਹੀ ਜਾਓ ਤੁਸੀਂ, ਤਾਂ ਕਿ ਰਾਸਤੇ 'ਚ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੋਬਲਮ ਫੇਸ ਨਾ ਆਵੇ। ਸੋ ਥੈਂਕਸ ਫॉर ਵਾਚਿੰਗ, ਹੈਵ ਅ ਗੁੱਡ ਡੇ ਐਂਡ ਵਿਸ਼ ਯੂ ਬੈਸਟ ਆਫ ਲੱਕ।